ਬਹੁਤ ਹੀ ਸਤਿਕਾਰਯੋਗ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵਿਸ਼ੇ ਦੇ ਉੱਪਰ ਅੱਜ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲੱਗਾ ਹਾਂ, ਮੇਰੇ ਵਾਸਤੇ ਉਹ ਵਿਸ਼ਾ ਬੜਾ ਔਖਾ ਹੈ। ਉਹਦਾ ਕਾਰਨ ਹੈ ਕਿ ਪਹਿਲੀ ਗੱਲ ਤੇ ਹੈ ਕਿ ਉਸ ਵਿਸ਼ੇ ਦਾ ਸੰਬੰਧ ਜਿਹੜਾ ਉਹ ਮਨੋਵਿਗਿਆਨ ਦੇ ਨਾਲ ਹੈ, ਉਹਦਾ ਪਹਿਲਾ ਸੰਬੰਧ। ਦੂਸਰੀ ਗੱਲ ਕਿ ਜਿਸ ਪਰਿਪੇਖ ਦੇ ਵਿੱਚ ਗੱਲ ਕਰਨੀ ਹੈ ਉਹ ਗੁਰਮਤ ਪਰਿਪੇਖ ਹੈ। ਸੋ ਵੈਸੇ ਮੈਨੂੰ ਇੰਝ ਲੱਗਦਾ ਹੈ ਕਿ ਜੇਕਰ ਇਸ ਵਿਸ਼ੇ ਦੇ ਉੱਪਰ ਕਿਸੇ ਖਾਸ ਨਤੀਜੇ ਜਾਂ ਨਿਸ਼ਚੇ ਦੇ ਉੱਪਰ ਪਹੁੰਚਣਾ ਹੋਵੇ ਤਾਂ ਉਹ ਵਿਅਕਤੀ ਜਾਂ ਉਹ ਸ਼ਖਸੀਅਤ ਜਾਂ ਕੋਈ ਉਹ ਮੇਰਾ ਵੀਰ ਇਸ ਵਿਸ਼ੇ ਦੇ ਉੱਪਰ ਬਹੁਤ ਵਧੀਆ ਤੇ ਨਿੱਘਰ ਖੋਜ ਕਾਰਜ ਕਰ ਸਕਦਾ ਹੈ। ਸੋ ਵਿਸ਼ਾ ਮੇਰੇ ਮਨ ਦੇ ਵਿੱਚ ਉਦੋਂ ਆਇਆ ਜਦੋਂ ਮੈਂ ਸਿਗਮੰਡ ਫਰਾਇਡ, ਜਿਹੜਾ ਕਿ ਇੱਕ ਬਹੁਤ ਵੱਡਾ ਮਨੋਵਿਗਿਆਨੀ ਜਾਂ ਸਾਈਕੋ ਐਨਾਲਿਸਟਿਕ ਮੰਨਿਆ ਜਾਂਦਾ ਹੈ, ਜਿਸ ਨੇ ਮਨੁੱਖ ਦੀਆਂ ਮਨੋ ਦਿਸ਼ਾਵਾਂ ਦੇ ਉੱਪਰ, ਮਨੋਭਾਵਾਂ ਦੇ ਉੱਪਰ, ਮਾਨਸਿਕਤਾ ਦੇ ਉੱਪਰ, ਉਹਦੇ ਖਿਆਲਾਂ ਦੇ ਉੱਪਰ, ਉਹਦੇ ਸੁਪਨਿਆਂ ਦੇ ਉੱਪਰ ਬਹੁਤ ਕਾਰਜ ਜਿਹੜਾ ਉਹ ਕੀਤਾ ਹੋਇਆ। ਗੁਰਬਾਣੀ ਦੇ ਵਿੱਚ ਇੱਕ ਪਾਵਨ ਫਰਮਾਨ ਹੈ, ਜਿਸ ਕਾ ਰਾਜ ਤਿਸੇ ਕਾ ਸੁਪਨਾ। ਜਦੋਂ ਅਸੀਂ ਇਸ ਤੇ ਅਰਥ ਕਰਦੇ ਹਾਂ ਤਾਂ ਇਹਦੇ ਅਰਥ ਜਦੋਂ ਤੇ ਅਸੀਂ ਕਰਦੇ ਹਾਂ ਮਨੁੱਖਤਾ ਦੀ ਆਜ਼ਾਦੀ ਦੇ ਰੂਪ ਦੇ ਵਿੱਚ, ਤਾਂ ਫਿਰ ਤਾਂ ਬੜੇ ਸਪਸ਼ਟ ਜਿਹੇ ਹੋ ਜਾਂਦੇ ਨੇ ਕਿ ਜਿਹਦੇ ਕੋਲ ਆਜ਼ਾਦੀ ਦਾ ਸੁਪਨਾ ਲੈਣ ਦਾ ਅਧਿਕਾਰ ਹੈ ਜਾਂ ਜਿਸ ਦੇ ਮਾਨਸਿਕਤਾ ਦੇ ਵਿੱਚ ਆਜ਼ਾਦੀ ਦਾ ਸੁਪਨਾ ਹੈ, ਉਹ ਰਾਜ ਗੱਦੀ ਦੇ ਉੱਪਰ ਕਾਬਜ਼ ਹੋ ਜਾਂਦਾ ਹੈ। ਦੂਸਰੇ ਇਹਦੇ ਅਰਥ ਉਹ ਬਣਦੇ ਨੇ ਕਿ ਜਿਸ ਨੇ ਮਨੁੱਖ ਨੂੰ ਮਲਕੀਅਤ ਦਿੱਤੀ ਹੁੰਦੀ ਹੈ, ਮਨੁੱਖ ਦੇ ਅਚੇਤ ਮਨ ਦੇ ਵਿੱਚ ਵੀ ਉਸ ਦੀ ਵਾਰਤਾਲਾਪ ਹੀ ਚੱਲਦੀ ਹੈ। ਇੱਕ ਗੱਲ ਹੈ ਕਿ ਪਰਮਾਤਮਾ ਨੇ ਜਿਸ ਤਰ੍ਹਾਂ ਦਾ ਮਾਹੌਲ, ਜਿਸ ਕਾ ਰਾਜ, ਜਿਸ ਪਰਮਾਤਮਾ ਨੇ ਮਨੁੱਖ ਨੂੰ ਜਿਸ ਮਾਹੌਲ ਦੇ ਵਿੱਚ ਰੱਖਿਆ, ਉਹਦੀ ਮਾਨਸਿਕਤਾ ਦੇ ਵਿੱਚ ਉਵੇਂ ਦੇ ਜਿਹੜੇ ਬਿੰਬ ਨੇ ਉਹ ਸਿਰਜੇ ਜਾਂਦੇ ਨੇ। ਤੇ ਦੂਸਰੀ ਗੱਲ ਕਿ ਤੁਹਾਡੇ ਉੱਪਰ ਜਿਸ ਦਾ ਅਧਿਕਾਰ ਹੈ, ਉਸੇ ਦੇ ਅਧਿਕਾਰ ਦੇ ਵਿੱਚ ਜਾਂ ਉਸ ਅਧਿਕਾਰ ਖੇਤਰ ਦੇ ਵਿੱਚ ਜਿਹੜੇ ਵਰਤਾਰੇ ਵਾਪਰਦੇ ਨੇ, ਤੁਹਾਨੂੰ ਉਹਨਾਂ ਦੇ ਸੁਪਨੇ ਆਉਂਦੇ ਨੇ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੁਪਨਾ ਸ਼ਬਦ ਤਕਰੀਬਨ ਜੇ ਗਿਣ ਲੱਗੀਏ ਤਾਂ ਤਕਰੀਬਨ 100 ਦੇ ਕਰੀਬ ਮੇਰੇ ਖਿਆਲ ਹੋ ਸਕਦਾ ਹੈ ਕਿ ਆਇਆ ਹੈ। ਔਰ ਮਹਿਜ਼ ਸੁਪਨੇ ਨੂੰ ਇੱਕ ਸੁਪਨੇ ਦੇ ਰੂਪ ਦੇ ਵਿੱਚ ਹੀ ਅਸੀਂ ਜਿਹੜਾ ਉਹ ਚਿਤਾਰ ਦਿੰਦੇ ਹਾਂ। ਪਰ ਜਿਹੜੀ ਵਿਗਿਆਨ ਹੈ ਜਾਂ ਜਿਹੜੀ ਮਨੋਵਿਗਿਆਨ ਹੈ, ਉਹਨਾਂ ਦੇ ਮੁਤਾਬਕ ਮਨੁੱਖ ਦੇ ਮਨ ਦੀਆਂ ਅਵਸਥਾਵਾਂ ਨੇ, ਤੇ ਗੁਰਬਾਣੀ ਦੇ ਵਿੱਚ ਵੀ ਮਨੁੱਖ ਦੇ ਮਨ ਦੀਆਂ 4 ਅਵਸਥਾਵਾਂ ਦੀ ਗੱਲ ਕੀਤੀ ਹੋਈ ਹੈ, ਜਿਨ੍ਹਾਂ ਦੇ ਵਿੱਚੋਂ ਪਹਿਲੀ ਹੈ ਜਾਗਰਤ, ਅਸੀਂ ਜਾਗ ਰਹੇ ਹਾਂ, ਸੰਸਾਰ ਦੇ ਕਾਰਜ ਕਰ ਰਹੇ ਹਾਂ। ਦੂਸਰਾ ਹੈ ਸੁਪਨਾ, ਤੀਸਰਾ ਹੈ ਸੁਖੋਪਿਤ, ਔਰ ਚੌਥਾ ਹੈ ਤੁਰੀਆ ਅਵਸਥਾ, ਜਿਸ ਨੂੰ ਅਸੀਂ ਚੌਥਾ ਪਦ ਵੀ ਕਹਿ ਦਿੰਦੇ ਹਾਂ। ਇਹ ਜਿਹੜਾ ਚੌਥਾ ਪਦ ਹੈ, ਇਹ ਤਾਂ ਰੂਹਾਨੀਅਤ ਦੇ ਸਿਖਰ ਦਾ ਉਹ ਰੂਪ ਹੈ ਜਿੱਥੇ ਜਾ ਕੇ ਇਹ ਜਿਹੜੀਆਂ 3 ਅਵਸਥਾਵਾਂ ਨੇ, ਜਾਗਰਤ ਹੋਣਾ, ਸੁਪਨੇ ਦੇ ਵਿੱਚ ਹੋਣਾ ਜਾਂ ਸੁਖੋਪਤ ਦੇ ਵਿੱਚ ਹੋਣਾ, ਭਾਵ ਕਿ ਜਿਹੜੀਆਂ ਮਨੁੱਖ ਦੇ ਜੀਵਨ ਕਾਲ ਦੀਆਂ ਅੰਦਰੂਨੀ ਜਿਹੜੀਆਂ ਜਿੰਨੀਆਂ ਵੀ ਕਹਿ ਸਕਦੇ ਹੋ ਕਿ ਵਰਤਾਰੇ ਜਾਂ ਅਲਾਮਤਾਵਾਂ ਨੇ, ਉਹਨਾਂ ਤੋਂ ਉੱਪਰ ਦੀ ਜਿਹੜੀ ਰੂਹਾਨੀਅਤ ਦੀ ਜਾਂ ਆਤਮਿਕ ਪ੍ਰਕਾਸ਼ ਦੀ ਜਿਹੜੀ ਅਵਸਥਾ ਹੈ, ਉਸ ਦੇ ਵਾਸਤੇ ਤੁਰੀਆ ਸ਼ਬਦ ਜਿਹੜਾ ਉਹ ਵਰਤਿਆ ਗਿਆ ਹੈ। ਖੈਰ, ਇਹ ਵੀ ਬਹੁਤ ਵੱਡਾ ਵਿਸ਼ਾ ਹੈ, ਪਰ ਅਸੀਂ ਥੋੜ੍ਹੀ ਜਿਹੀ ਗੱਲ ਕਰਾਂਗੇ ਸੁਪਨਿਆਂ ਦੇ ਬਾਰੇ। ਜਿਹੜੇ ਮਨੋਵਿਗਿਆਨੀ ਨੇ, ਉਹਨਾਂ ਦੇ ਮੁਤਾਬਕ ਮਨੁੱਖ ਦੀਆਂ ਇਹ ਜਿਹੜੀਆਂ 2 ਦਸ਼ਾਵਾਂ ਨੇ, ਜਾਗਰਤ ਔਰ ਸੁਪਨ, ਇਹਨਾਂ ਦਾ ਆਪਸ ਦੇ ਵਿੱਚ ਗਹਿਰਾ ਸੰਬੰਧ ਹੈ। ਤੀਸਰੀ ਸੁਖੋਪਿਤ ਹੈ, ਜਿਸ ਨੂੰ ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਉਹ ਗੂੜੀ ਨੀਂਦ, ਜਿਹਦੇ ਵਿੱਚ ਮਨੁੱਖ ਦਾ ਜਿਹੜਾ ਸਾਰਾ ਸਰੀਰ ਹੈ ਨਿਸਲ ਹੁੰਦਾ ਹੈ, ਭਾਵ ਕਿ ਕਿਸੇ ਵੀ ਤਰ੍ਹਾਂ ਦੇ ਕਾਰਜ ਤੋਂ ਰਹਿਤ ਹੁੰਦਾ ਹੈ, ਜਾਂ ਕਹਿ ਸਕਦੇ ਹੋ ਕਿ ਮਰਿਆਂ ਵਰਗੀ ਨੀਂਦ ਹੁੰਦੀ ਹੈ, ਪਰ ਮਨੁੱਖ ਦਾ ਜਿਹੜਾ ਦਿਮਾਗ ਹੈ ਉਹ ਚੇਤਨਸ਼ੀਲ ਹੁੰਦਾ ਹੈ, ਉਹ ਕਿਸੇ ਨਾ ਕਿਸੇ ਖਿਆਲ ਦੇ ਵਿੱਚ ਹੁੰਦਾ ਹੈ। ਔਰ ਉਹ ਨੀਂਦ ਜਿਹੜੀ ਹੈ ਮਨੁੱਖ ਨੂੰ ਬਹੁਤ ਥੋੜ੍ਹੇ ਸਮੇਂ ਵਾਸਤੇ ਆਉਂਦੀ ਹੈ, ਔਰ ਉਸ ਨੀਂਦ ਨੂੰ ਅੰਗਰੇਜ਼ੀ ਦੇ ਵਿੱਚ ਰੈਮ ਸਲੀਪ ਵੀ ਕਿਹਾ ਜਾਂਦਾ ਹੈ, ਰੈਪਿਡ ਆਈ ਮੂਵਮੈਂਟਸ, ਉਹ ਸਲੀਪ ਵੀ ਕਿਹਾ ਜਾਂਦਾ। ਔਰ ਜਿੰਨੇ ਮਨੋਵਿਗਿਆਨੀ ਨੇ ਉਹਨਾਂ ਦਾ ਵੀ ਜਿਹੜਾ ਕਹਿ ਸਕਦੇ ਹੋ ਕਿ ਵਿਸ਼ਲੇਸ਼ਣ ਇੱਥੇ ਆਉਂਦਾ ਹੈ
ਕਿ ਉਹ ਨੀਂਦ ਸਾਰੀ ਰਾਤ ਮਨੁੱਖ ਨੂੰ ਕੁਝ ਮਿੰਟਾਂ ਵਾਸਤੇ ਆਉਂਦੀ ਹੈ, ਉਹ ਨਹੀਂ। ਤੇ ਬਾਕੀ ਜਿਹੜੇ ਸੁਪਨੇ ਨੇ ਇਹਨਾਂ ਦੀਆਂ ਅੱਗੋਂ ਫਿਰ ਆਪਣੀਆਂ ਬਹੁਤ ਸਾਰੀਆਂ ਕਿਸਮਾਂ ਨੇ। ਜਿਸ ਤਰ੍ਹਾਂ ਇੱਕ ਨਾਰਮਲ ਡਰੀਮਿੰਗ, ਇੱਕ ਆਮ ਸੁਪਨਾ ਹੈ ਜਿਹੜਾ ਸੁੱਤੇ ਪਿਆ ਸਾਨੂੰ ਸਾਰਿਆਂ ਨੂੰ ਹੀ ਆ ਜਾਂਦਾ ਹੈ। ਉਹਦੇ ਵਿੱਚੋਂ ਕੁਝ ਅੰਸ਼ ਸਾਨੂੰ ਯਾਦ ਰਹਿੰਦੇ ਨੇ, ਕੁਝ ਜਿਹੜੇ ਅੰਸ਼ ਨੇ ਉਹ ਵਿਸਰ ਜਾਂਦੇ ਨੇ। ਕਈ ਵਾਰੀ ਇੰਝ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਵੇਖ ਕੇ ਦਿਮਾਗ ਦੇ ਵਿੱਚ ਜਾਂ ਮਨੁੱਖ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਆਹ ਚੀਜ਼ ਤਾਂ ਕਿਤੇ ਪਹਿਲਾਂ ਵੀ ਵੇਖੀ ਹੋਈ ਹੈ। ਇਸੇ ਤਰ੍ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਮਨੋਵਿਗਿਆਨ ਦੀ, ਜਦੋਂ ਮਨੁੱਖ ਦੀ ਸਿਹਤ ਵਿਗਿਆਨ ਦੇ ਨਾਲ ਜੋੜ ਕੇ ਵੇਖਦੇ ਹਾਂ, ਤਾਂ ਬਹੁਤ ਸਾਰੀਆਂ ਚਿਕਿਤਸਾ ਪ੍ਰਣਾਲੀਆਂ ਜਿਨ੍ਹਾਂ ਦੇ ਵਿੱਚ ਵੈਦਿਕ ਵੀ ਆ ਜਾਂਦੀ ਹੈ, ਜਿਨ੍ਹਾਂ ਦੇ ਵਿੱਚ ਹੋਮੋਪੈਥੀ ਵੀ ਆ ਜਾਂਦੀ ਹੈ, ਜਿਨ੍ਹਾਂ ਦੇ ਵਿੱਚ ਸਾਈਕੈਟ੍ਰਿਕ ਜਿਹੜੇ ਨੇ, ਮਨੋਵਿਗਿਆਨਕ ਜਿਹੜੇ ਨੇ, ਉਹ ਵੀ ਜਦੋਂ ਇਸ 'ਤੇ ਖੋਜ ਕਰਦੇ ਨੇ ਤਾਂ ਉਹ ਕਹਿੰਦੇ ਨੇ, ਪਹਿਲਾਂ ਤਾਂ ਇਸ ਗੱਲ ਨੂੰ ਸਿਗਮੰਡ ਫਰਾਇਡ ਨੇ ਵੀ ਲਿਖਿਆ ਸੀ, ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਮਨੋਵਿਸ਼ਲੇਸ਼ਕ ਨੇ ਉਹਨਾਂ ਨੇ ਵੀ ਇਹਨਾਂ ਗੱਲਾਂ ਦੇ ਉੱਪਰ ਬਹੁਤ ਜ਼ਿਆਦਾ ਖੋਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਉਹਨਾਂ ਨੇ ਵੀ ਕਿਹਾ ਕਿ ਕਿਤੇ ਨਾ ਕਿਤੇ ਜਿਹੜੇ ਸੁਪਨੇ ਨੇ, ਉਹਨਾਂ ਸੁਪਨਿਆਂ ਦੇ ਵਿੱਚੋਂ ਵੀ ਮਨੁੱਖ ਦੀ ਜਾਗਰਤ ਅਵਸਥਾ ਜਿਹੜੀ ਮਨੋਦਸ਼ਾ ਹੈ ਉਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕੁਝ ਜਿਹੜੀਆਂ ਚਿਕਿਤਸਕ ਪ੍ਰਣਾਲੀਆਂ ਨੇ, ਜਾਂ ਜਿਹਨੂੰ ਕਹਿ ਸਕਦੇ ਹਾਂ ਕਿ ਇਲਾਜ ਵਿਧੀਆਂ ਨੇ, ਉਹਨਾਂ ਦੇ ਵਿੱਚ ਸੁਪਨਿਆਂ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਮਨੁੱਖ ਦੀ ਮਾਨਸਿਕਤਾ ਦੇ ਵਿੱਚ ਕੀ ਚੱਲ ਰਿਹਾ। ਅਤੇ ਕੁਝ ਜਿਹੜੇ ਮਨੋਵਿਗਿਆਨਕ ਨੇ ਉਹ ਕਹਿੰਦੇ ਨੇ ਕਿ ਕੁਝ ਮਨੁੱਖਾਂ ਨੂੰ ਭਵਿੱਖ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਸੁਪਨਿਆਂ ਦੇ ਵਿੱਚ ਪਤਾ ਲੱਗ ਜਾਂਦਾ ਹੈ। ਸੋ ਵੱਖ-ਵੱਖ ਇਹ ਜਿਹੜੀਆਂ ਮਨੁੱਖ ਦੀ ਸਿਹਤ ਦੀਆਂ ਅਧਿਐਨ ਪ੍ਰਣਾਲੀਆਂ ਨੇ, ਇਹਨਾਂ ਦੇ ਵਿੱਚ ਸੁਪਨਿਆਂ ਦੀ ਕਲਾਸੀਫਿਕੇਸ਼ਨ, ਭਾਵ ਕਿ ਉਹਨਾਂ ਦੀ ਵਰਗ ਵੰਡ, ਉਹਨਾਂ ਦੀ ਕਿਸਮ, ਉਹਨਾਂ ਦੀ ਪਰਿਭਾਸ਼ਾ, ਉਹਨਾਂ ਦੇ ਪ੍ਰਭਾਵ ਜਾਂ ਉਹਨਾਂ ਦੇ ਅਸਰ ਜਿਹੜੇ ਨੇ ਉਹ ਵੱਖ-ਵੱਖ ਰੂਪ ਦੇ ਵਿੱਚ ਸਿਰਜੇ ਗਏ ਨੇ। ਸਾਡੇ ਸੱਭਿਆਚਾਰ ਦੇ ਵਿੱਚ ਵਹਿਮ ਵੀ ਨੇ। ਮੈਂ ਇੱਕ ਛੋਟੀ ਜਿਹੀ ਗੱਲ ਕੁਛ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਵੀ ਕੀਤੀ ਸੀ ਕਿ ਸੁਪਨਿਆਂ ਨੂੰ ਲੈ ਕੇ ਮਨੁੱਖ ਦੇ ਮਨ ਦੇ ਵਿੱਚ ਇੱਕ ਵਹਿਮ ਵੀ ਸਿਰਜਿਆ ਜਾਂਦਾ ਹੈ। ਮੈਂ ਆਪਣੀ ਪ੍ਰੈਕਟਿਸ ਦੇ ਸਮੇਂ ਦੀ ਗੱਲ ਕੀਤੀ ਸੀ, ਜਦੋਂ ਮੈਂ ਮਰੀਜ਼ ਵੇਖਿਆ ਕਰਦਾ ਸੀ, ਤਾਂ ਤਕਰੀਬਨ 15 ਕੁ ਸਾਲ ਪਹਿਲਾਂ ਦੀ ਗੱਲ ਹੈ। ਮੇਰੇ ਕੋਲ ਇੱਕ ਬਜ਼ੁਰਗ ਮਾਤਾ ਜੀ ਮੇਰੇ ਪਿੰਡ ਦੇ ਹੀ ਦਵਾਈ ਲੈਣ ਵਾਸਤੇ ਆਏ, ਅਤੇ ਬੜਾ ਚਿਹਰਾ ਉਤਰਿਆ ਹੋਇਆ, ਬੜੇ ਉਦਾਸ ਜਿਹੇ, ਭੈ ਭੀਤ ਜਿਹੇ, ਜਿਸ ਤਰ੍ਹਾਂ ਬੜਾ ਡਰਿਆ ਜਿਹਾ ਇਨਸਾਨ ਹੁੰਦਾ ਹੈ। ਅਤੇ ਮੈਂ ਉਹਨਾਂ ਦਾ ਹਾਲ ਚਾਲ ਪੁੱਛਿਆ, ਔਰ ਚਿਹਰੇ ਤੋਂ ਲੱਗ ਰਿਹਾ ਸੀ ਕਿ ਜਿੰਨੇ ਉਹ ਖਿੜੇ ਮੱਥੇ ਪਹਿਲਾਂ ਆਉਂਦੇ ਸੀ, ਭਾਵੇਂ ਕਿ ਉਹਨਾਂ ਦੇ ਪਤੀ ਦੀ ਮੌਤ ਨੂੰ ਕਾਫੀ ਸਮਾਂ ਹੋ ਚੁੱਕਾ ਸੀ, ਪਰ ਜਿੰਨੇ ਉਹ ਖਿੜੇ ਮੱਥੇ ਆਉਂਦੇ ਸੀ, ਵੱਖਰੀ ਗੱਲ ਹੈ ਗੋਡੇ ਪੀੜ, ਬੁਖਾਰ, ਸਿਰ ਦਰਦ ਤਾਂ ਇਹ ਆਮ ਗੱਲਾਂ ਨੇ, ਪਰ ਉਹਦੇ ਬਾਵਜੂਦ ਵੀ ਉਹ ਆ ਕੇ ਬੜੀ ਚੜ੍ਹਦੀ ਕਲਾ ਵਾਲੀਆਂ ਗੱਲਾਂ ਕਰਦੇ ਸੀ। ਅਤੇ ਪਰ ਅੱਜ ਮੈਂ ਵੇਖਿਆ ਕਿ ਉਹਨਾਂ ਦੀ ਮਨੋਦਸ਼ਾ ਜਿਹੜੀ ਹੈ ਉਹ ਢਹਿੰਦੀ ਕਲਾ ਦੇ ਵਿੱਚ ਸੀ। ਮੈਂ ਪੁੱਛ ਹੀ ਲਿਆ ਕਿ ਅੱਜ ਮਾਨਸਿਕ ਤੌਰ 'ਤੇ ਤੁਸੀਂ ਸਥਿਰ ਨਹੀਂ ਲੱਗ ਰਹੇ। ਤਾਂ ਜਿਸ ਤਰ੍ਹਾਂ ਵਹਿਮ ਸਾਡੇ ਮਨਾਂ ਦੇ ਵਿੱਚ ਪਾ ਦਿੱਤੇ ਜਾਂਦੇ ਨੇ, ਕਹਿੰਦੇ ਰਾਤੀ ਮੈਨੂੰ ਸੁਪਨਾ ਆਇਆ ਅਤੇ ਆਪਣੇ ਪਤੀ ਦਾ ਨਾਮ ਲੈ ਕੇ ਕਹਿੰਦੇ, ਮੈਂ ਨਾਮ ਨਹੀਂ ਵਰਤਾਂਗਾ, ਕਹਿੰਦੇ ਕਿ ਫਲਾਣਾ ਸਿੰਘ ਸੁਪਨੇ 'ਚ ਆਇਆ, ਤੇਰਾ ਬਾਪੂ, ਅਤੇ ਆ ਕੇ ਮੈਨੂੰ ਕਹਿੰਦਾ ਕਿ ਮੇਰੇ ਨਾਲ ਚੱਲ, ਰੋਟੀ ਪਕਾਉਣ ਵਾਲਾ ਕੋਈ ਨਹੀਂ। ਹੁਣ ਇਸ ਨੂੰ ਵਹਿਮ ਦੇ ਰੂਪ ਦੇ ਵਿੱਚ ਵੇਖਿਆ ਜਾਵੇ ਤਾਂ ਸਾਡੇ ਸੱਭਿਆਚਾਰ 'ਚ ਕਿਹਾ ਜਾਂਦਾ ਹੈ, ਜਾਂ ਲੋਕਾਂ ਦੇ ਅੰਦਰ ਇਹ ਵਹਿਮ ਪਾ ਦਿੱਤਾ ਜਾਂਦਾ ਹੈ ਕਿ ਜੇਕਰ ਮਰਿਆ ਵਿਅਕਤੀ ਸੁਪਨੇ 'ਚ ਆ ਕੇ ਨਾਲ ਲਿਜਾਣ ਦੀ ਗੱਲ ਕਵੇ ਕਿ ਮੇਰੇ ਨਾਲ ਚੱਲ, ਤੇ ਇਹਦਾ ਮਤਲਬ ਕਿ ਤੁਹਾਡੀ ਵੀ ਮੌਤ ਦੇ ਜਿਹੜੇ ਦਿਨ ਨੇ ਉਹ ਕਰੀਬ ਨੇ, ਭਾਵ ਕਿ ਇਸ ਚੀਜ਼ ਨੂੰ ਸਾਰਾ ਭਵਿੱਖ ਦੇ ਨਾਲ ਜੋੜ ਲਿਆ ਜਾਂਦਾ ਹੈ। ਮੈਂ ਕੁਛ ਚਿਰ 'ਤੇ ਸੋਚਿਆ, ਫਿਰ ਜਿਹੜੇ ਕਲੀਨਿਕਲ ਮੈਥਡਸ ਸਾਨੂੰ ਪੜ੍ਹਾਈ ਜਾਂਦੀ ਹੈ ਇੱਕ ਡਾਕਟਰੀ ਵਿੱਦਿਆ ਦੇ ਸਮੇਂ, ਇੱਕ ਕਿਤਾਬ, ਤਾਂ ਉਹਦੇ ਵਿੱਚ ਇੱਕ ਸੀ ਕਿ ਕੁਛ ਗੱਲਾਂ ਜਿਹੜੀਆਂ ਹੁੰਦੀਆਂ ਨੇ ਲੋਕ ਵਹਿਮ ਦੇ ਰੂਪ 'ਚ ਦੱਸਦੇ ਨੇ, ਅਤੇ ਉੱਥੇ ਤੁਸੀਂ ਮਰੀਜ਼ ਦਾ ਜਿਹੜਾ ਇਲਾਜ ਹੈ ਉਹਦੀ ਮਾਨਸਿਕਤਾ ਦੇ ਪੱਧਰ ਦੇ ਉੱਪਰ ਕਰਨਾ ਹੁੰਦਾ ਹੈ। ਅਤੇ ਮੈਂ ਉਹਨਾਂ ਦਾ ਵਹਿਮ ਦੂਰ ਕਰਨ ਵਾਸਤੇ ਮਜ਼ਾਕ ਦੇ ਨਾਲ ਹੀ ਇੱਕ ਆਪਣੇ ਪਿੰਡ ਦੇ ਵਿੱਚ ਹੋਰ ਬੀਬੀ ਦਾ ਨਾਂ ਲੈ ਕੇ ਕਹਿ ਦਿੱਤਾ, ਮੈਂ ਕਿਹਾ ਜੀ ਕੁਛ ਦਿਨ ਪਹਿਲਾਂ ਤਾਂ ਉਹ ਬੀਬੀ ਆਈ ਸੀ, ਅਤੇ ਉਹ ਵੀ ਬੀਬੀ ਬਾਪੂ ਦਾ ਨਾਂ ਲੈ ਕੇ, ਉਸਦੇ ਘਰ ਵਾਲੇ ਦਾ ਨਾਮ ਲੈ ਕੇ ਕਿਹਾ ਕਿ ਉਹ ਬੀਬੀ ਕਹਿ ਰਹੀ ਸੀ ਕਿ ਫਲਾਣਾ ਸਿੰਘ ਮੈਨੂੰ ਸੱਦਦਾ ਸੀਗਾ ਕਿ ਮੇਰੀ ਰੋਟੀ ਬਣਾਉਣ ਵਾਲੀ ਕੋਈ ਨਹੀਂ। ਜਦੋਂ ਮੈਂ ਦੂਜੀ ਬੀਬੀ ਦਾ ਨਾਂ ਲਿਆ ਤਾਂ ਮਾਤਾ ਇੱਕਦਮ ਭੜਕ ਬੈਠੀ, ਕਹਿੰਦੀ ਹੈ ਹੱਦ ਹੋ ਗਈ, ਜਦੋਂ ਜਿਉਂਦਾ ਸੀ ਉਦੋਂ ਤੇ ਚੰਗਾ ਭਲਾ ਸੀਗਾ, ਅਤੇ ਹੁਣ ਮਰ ਕੇ ਲੋਕਾਂ ਦੀਆਂ ਵਹੁਟੀਆਂ ਨੂੰ ਆਵਾਜ਼ਾਂ ਮਾਰਦਾ ਫਿਰਦਾ, ਲੋਕਾਂ ਦੀਆਂ ਬੀਬੀਆਂ ਨੂੰ ਆਵਾਜ਼ਾਂ ਮਾਰਦਾ ਫਿਰਦਾ। ਭਾਵ ਕਿ ਉਹ ਇੱਕਦਮ ਚੜ੍ਹਦੀ ਕਲਾ ਦੇ ਵਿੱਚ ਆ ਗਈ ਕਿ ਉਹਦੇ ਮਨ ਦੇ ਵਿੱਚੋਂ ਜਿਹੜਾ ਉਹ ਵਹਿਮ ਸੀ ਉਹ ਦੂਰ ਹੋ ਗਿਆ। ਸੋ ਇਸ ਤਰ੍ਹਾਂ ਦੇ ਸੁਪਨਿਆਂ ਦੇ ਪ੍ਰਤੀ ਜਿਹੜੇ ਵਹਿਮ ਵੀ ਸਿਰਜੇ ਗਏ ਨੇ। ਔਰ ਤੇ ਹੁਣ ਤਾਂ ਬਹੁਤ ਸਾਰੇ ਜਿਹੜੇ ਮਨੋਵਿਗਿਆਨਕ ਡਾਕਟਰ ਨੇ ਉਹ ਤਾਂ ਇਸ ਦਾ ਦਵਾਈਆਂ ਦੇ ਨਾਲ ਇਲਾਜ ਵੀ ਕਰਦੇ ਨੇ ਕਿ ਕਿਸੇ ਨੂੰ ਬੁਰੇ ਸੁਪਨੇ ਆਉਂਦੇ ਨੇ, ਕਿਸੇ ਨੂੰ ਸੁਪਨੇ ਦੇ ਵਿੱਚ ਡਰ ਆਉਂਦਾ ਹੈ, ਕਿਉਂਕਿ ਸਾਡੀਆਂ ਜਿਹੜੀਆਂ ਵੱਖ-ਵੱਖ ਇਲਾਜ ਪ੍ਰਣਾਲੀਆਂ ਨੇ
ਉਹਨਾਂ ਨੇ ਇੱਥੋਂ ਤੱਕ ਕਿ ਹੋਮੋਪੈਥੀ ਦੇ ਵਿੱਚ ਵੀ ਕਿ ਅੱਗ ਦਾ ਸੁਪਨਾ ਆਉਂਦਾ ਹੈ, ਸੱਪ ਦਾ ਸੁਪਨਾ ਆਉਂਦਾ ਹੈ, ਪਾਣੀ ਦਾ ਸੁਪਨਾ ਆਉਂਦਾ ਹੈ, ਭੱਜੇ ਜਾਂਦਿਆਂ ਦਾ ਸੁਪਨਾ ਆਉਂਦਾ ਹੈ। ਇਹ ਸਾਰੇ ਜਿਹੜੇ ਸੁਪਨੇ ਨੇ ਇਹਨਾਂ ਦੀਆਂ ਵੱਖ-ਵੱਖ ਵਰਗੀਕਰਨ ਕਰਕੇ ਵੱਖ-ਵੱਖ ਦਵਾਈਆਂ ਵੀ ਨੇ ਤੇ ਵੱਖ-ਵੱਖ ਜਿਹੜੇ ਮਨੋਵਿਗਿਆਨਕ ਨੇ ਇਹਨਾਂ ਦਾ ਇਲਾਜ ਵੀ ਕਰਦੇ ਨੇ। ਖੈਰ, ਹੁਣ ਜੇ ਸੁਪਨਿਆਂ ਦੀ ਗੱਲ ਕਰੀਏ ਅਸੀਂ, ਤਾਂ ਇੱਕ ਤਾਂ ਜਿਹੜੇ ਆਮ ਨਾਰਮਲ ਡਰੀਮਿੰਗ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਜਿਸ ਦੇ ਬਾਰੇ ਗੁਰਬਾਣੀ ਦੇ ਵਿੱਚ ਬੜਾ ਇੱਕ ਸਪਸ਼ਟ ਜਿਹਾ ਫਰਮਾਨ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ। ਰਾਜਾ ਹੈ ਤੇ ਰਾਜਾ ਆਪਣੇ ਸਿੰਘਾਸਨ ਦੇ ਉੱਪਰ ਸੌਂ ਗਿਆ ਤੇ ਸੁਪਨੇ ਦੇ ਵਿੱਚੋਂ ਭਿਖਾਰੀ ਬਣਿਆ ਸੀ। ਹੁਣ ਇਹ ਬਹੁਤ ਸਾਰੇ ਇਵੇਂ ਦੇ ਸੁਪਨੇ ਤਾਂ ਹਰ ਮਨੁੱਖ ਨੂੰ ਆਉਂਦੇ ਨੇ। ਉਹ ਤੋਂ ਅਗਲੀ ਗੱਲ ਆ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਡਾਕਟਰੀ ਦੇ ਮੁਤਾਬਕ ਫਾਲਸ ਅਵੇਕਨਿੰਗ ਡ੍ਰੀਮਸ। ਉਹ ਹੁੰਦੇ ਨੇ ਕਿ ਜਿੱਥੇ ਕਿਤੇ ਨਾ ਕਿਤੇ ਜਦੋਂ ਤੁਸੀਂ ਸੁਪਨੇ ਦੇ ਵਿੱਚ ਹੁੰਦੇ ਹੋ ਤੇ ਜਿਹੜਾ ਵਰਤਾਰਾ ਵਾਪਰ ਰਿਹਾ ਹੁੰਦਾ ਹੈ, ਭਾਵੇਂ ਉਹ ਖੁਸ਼ੀ ਵਾਲਾ ਹੁੰਦਾ ਹੈ, ਭਾਵੇਂ ਉਹ ਗਮ ਵਾਲਾ ਹੁੰਦਾ ਹੈ, ਤੁਸੀਂ ਨਾਲ ਹੀ ਉਹਦੇ ਵਹਿਣ ਦੇ ਵਿੱਚ ਵਹਿ ਜਾਂਦੇ ਹੋ। ਤੇ ਪਾਵਨ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਪਿਆਰੀ ਗੱਲ ਕਹੀ ਹੈ, ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ। ਸੋ ਇਹ ਵੀ ਇੱਕ ਕਿਸਮ ਹੋ ਜਾਂਦੀ ਹੈ ਕਿ ਮਨੁੱਖ ਦੇ ਜਿਹੜੇ ਜਜ਼ਬਾਤ ਨੇ ਸੁਪਨੇ ਦੇ ਵਿੱਚ ਹੀ ਕਹਿ ਸਕਦੇ ਹੋ ਕਿ ਉਹਨਾਂ ਦਾ ਪ੍ਰਗਟਾਵਾ ਜਿਹੜਾ ਉਹ ਸੁਪਨੇ ਵਿੱਚ ਹੀ ਹੋ ਜਾਂਦਾ ਹੈ। ਕੁਝ ਸੁਪਨੇ ਜਿਨ੍ਹਾਂ ਨੂੰ ਅਸੀਂ ਨਾਈਟਮੇਅਰ ਕਹਿੰਦੇ ਹਾਂ, ਜਿਹਨੂੰ ਡਰ ਵਾਲੇ ਕਹਿੰਦੇ ਹਾਂ, ਜਾਂ ਅਸੀਂ ਪੰਜਾਬੀ 'ਚ ਕਹਿ ਜਾਂਦੇ ਹਾਂ ਕਿ ਦਾਬਾ ਪੈ ਜਾਣਾ, ਮਨੁੱਖ ਦਾ ਸੁਪਨੇ 'ਚ ਡਰ ਜਾਣਾ, ਚੀਕਾਂ ਮਾਰ ਜਾਣਾ। ਤੇ ਕਈ ਵਾਰੀ ਬੰਦਾ ਇੰਨਾ ਜ਼ਿਆਦਾ ਡਰ ਜਾਂਦਾ ਹੈ, ਘਬਰਾ ਜਾਂਦਾ ਹੈ ਕਿ ਉਹ ਜਾਗਰਤ ਅਵਸਥਾ ਦੇ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਕਰਨ ਲੱਗ ਜਾਂਦਾ, ਜਾਂ ਜਿਸ ਵੀ ਧਰਮ ਦਾ ਹੈ ਉਹ ਸੁਪਨਾ ਹੀ ਇੰਨਾ ਜਿਹੜਾ ਡਰ ਵਾਲਾ ਹੁੰਦਾ। ਤੇ ਕਬੀਰ ਸਾਹਿਬ ਬੜੀ ਪਿਆਰੀ ਗੱਲ ਕਰਦੇ ਨੇ, ਕਹਿੰਦੇ ਨੇ ਕਿ ਕਬੀਰ ਸੁਪਨੇ ਹੂੰ ਬਰੜਾਏ ਕੇ ਜਹ ਮੁਖ ਨਿਕਸੈ ਰਾਮ ਤਾਂ ਕਿ ਪੱਗ ਕੀ ਪੰਨਨੀ ਮੇਰੇ ਤਨ ਕੋ ਜਾਮ। ਕਿ ਸੁਪਨੇ ਦੇ ਵਿੱਚ ਡਰ ਕੇ ਵੀ ਜੇ ਕਿਸੇ ਦੇ ਮੁਖ ਦੇ ਵਿੱਚੋਂ ਪਰਮਾਤਮਾ ਦਾ ਨਾਮ ਨਿਕਲ ਆਵੇ ਨਾ, ਤੇ ਮੈਂ ਚਾਹੁੰਦਾ ਹੈ ਕਿ ਮੇਰੇ ਤਨ ਦਾ ਸਾਰਾ ਮਾਸ ਦੀਆਂ ਉਹਨੂੰ ਜੁੱਤੀਆਂ ਬਣਾ ਕੇ ਦੇ ਦਿੱਤੀਆਂ ਜਾਣ। ਸੋ ਇਹ ਵੀ ਸੁਪਨੇ ਦੀ ਇੱਕ ਕਿਸਮ ਹੈ। ਇੱਕ ਡੇ ਡਰੀਮਿੰਗ ਹੈ ਜਿਸ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਕੁਝ ਸੋਚ ਰਹੇ ਹੁੰਦੇ ਆ ਕਿ ਮੈਂ ਇਸ ਤਰ੍ਹਾਂ ਦਾ ਕਰਨਾ ਹੈ, ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਵਾਪਰੇ। ਉਹਨਾਂ ਦੀ ਇੱਕ ਆਪਣੀ ਸੁਪਨਿਆਂ ਦੀ ਦੁਨੀਆ ਹੁੰਦੀ ਕਿ ਬੰਦਾ ਸੋਚ ਰਿਹਾ ਹੁੰਦਾ ਹੈ ਕਿ ਇਵੇਂ ਦਾ ਸੁਪਨਾ ਆਵੇ, ਜਿਸ ਨੂੰ ਅਸੀਂ ਡੇ ਡਰੀਮਿੰਗ ਕਹਿ ਦਿੰਦੇ ਹਾਂ, ਖਾਬ ਵੀ ਕਹਿ ਦਿੰਦੇ ਹਾਂ। ਤੇ ਪਾਵਨ ਗੁਰਬਾਣੀ ਦੇ ਵਿੱਚ ਇੱਕ ਬੜੀ ਪਿਆਰੀ ਗੱਲ ਆਉਂਦੀ ਹੈ, ਆਓ ਸੁਭਾਗੀ ਨੀਂਦੜੀਏ ਮਤ ਸ਼ਹੋ ਦੇਖਾ ਸੋਏ। ਕਿ ਮੈਨੂੰ ਉਵੇਂ ਦੀ ਨੀਂਦ ਆਵੇ ਜਿਹਦੇ ਵਿੱਚ ਇਵੇਂ ਦਾ ਖਾਬ ਆਵੇ ਕਿ ਮੈਂ ਆਪਣੇ ਪਰਮਾਤਮਾ ਪ੍ਰੀਤਮ ਦੇ ਦਰਸ਼ਨ ਜਿਹੜੇ ਆ ਉਹ ਕਰ ਸਕਾਂ। ਫਿਰ ਅਗਲੀ ਗੱਲ ਜਿਹੜੀ ਹੈ ਕਿ ਜਿਹੜਾ ਉਹ ਸੁਪਨਾ ਹੁੰਦਾ ਜਿਹਦਾ ਸਾਨੂੰ ਕੁਝ ਵੀ ਯਾਦ ਨਹੀਂ ਰਹਿੰਦਾ, ਤੇ ਉਹ ਸੰਸਾਰ ਹੈ। ਕਿ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਸਾਨੂੰ ਸੰਸਾਰ ਦੇ ਉੱਪਰ ਵਰਤਾਰੇ ਕਿਸੇ ਵੀ ਵਾਪਰੀ ਘਟਨਾਕ੍ਰਮ ਦੀ ਕੋਈ ਯਾਦ ਨਹੀਂ ਰਹਿ ਜਾਣੀ, ਜਿਸ ਦੇ ਉੱਪਰ ਗੁਰੂ ਸਾਹਿਬ ਪਾਵਨ ਗੁਰਬਾਣੀ 'ਚ ਕਹਿੰਦੇ ਨੇ ਕਿ ਕਹੋ ਨਾਨਕ ਥਿਰ ਕਿਛ ਨਹੀਂ ਸੁਪਨੇ ਜਿਉਂ ਸੰਸਾਰ। ਸੋ ਇੱਕ ਬਹੁਤ ਹੀ ਵਿਸ਼ਾਲ ਵਿਸ਼ਾ ਮੈਂ ਸੋਚਦਾ ਕਿ ਜਿਹੜੇ ਵੀਰਾਂ ਨੇ ਗੁਰਮਤ ਮਨੋਵਿਗਿਆਨ ਦਾ ਅਧਿਐਨ ਕਰਨਾ ਹੈ, ਜਾਂ ਗੁਰਬਾਣੀ ਦੇ ਵਿੱਚ ਆਇਆ ਜਿਹੜਾ ਸੁਪਨੇ ਦਾ ਸੰਕਲਪ ਹੈ, ਉਹਦੀਆਂ ਕਿਸਮਾਂ, ਉਹਦੀਆਂ ਪਰਿਭਾਸ਼ਾਵਾਂ ਕਿਸ ਰੂਪ ਦੇ ਵਿੱਚ ਹੈ, ਕਿਸ ਵਿਆਖਿਆ ਪ੍ਰਣਾਲੀ ਦੇ ਵਿੱਚ ਕਿਹੜੀ ਕਿਸਮ ਆ ਰਹੀ ਹੈ, ਤੇ ਮੈਂ ਸੋਚਦਾ ਕਿ ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਜਿਸ ਦੇ ਉੱਪਰ ਵੀਰਾਂ ਨੂੰ ਜਿਹੜਾ ਉਹ ਕਾਰਜ ਜ਼ਰੂਰ ਕਰਨਾ ਚਾਹੀਦਾ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।